Hello dear students, you are welcome in today's session. Today we will discuss second part of structure of atom, different models given by different scientists. हाँ जी प्यारे बच्चों, ਅੱਜ ਆਪਾਂ ਐਟਮ ਦਾ ਜਿਹੜਾ ਦੂਸਰਾ ਭਾਗ ਕਰਾਂਗੇ ਜਿਸ ਦੇ ਵਿੱਚ ਅਸੀਂ ਵੱਖ-ਵੱਖ ਮਾਡਲਸ ਬਾਰੇ ਪੜਾਂਗੇ। ਇਸ ਤੋਂ ਪਹਿਲਾਂ ਆਪਾਂ ਵੇਖ ਚੁੱਕੇ ਕਿ ਪਰਮਾਣੂ ਕੀ ਹੈ ਤੇ ਇਸ ਦੀ ਡਿਵੀਜ਼ਨ ਕਿਸ ਤਰ੍ਹਾਂ ਹੁੰਦੀ ਹੈ, ਮਤਲਬ ਕਿਹੜੇ-ਕਿਹੜੇ ਕਣ ਜਾਂ ਸਬ ਐਟੋਮਿਕ ਪਾਰਟੀਕਲਸ ਇਸ ਦੇ ਵਿੱਚ ਹਨ। ਤੇ ਹੁਣ ਆਪਾਂ ਦੇਖਾਂਗੇ ਕਿ ਵੱਖ-ਵੱਖ ਵਿਗਿਆਨੀਆਂ ਨੇ ਜੋ ਵੱਖ-ਵੱਖ ਮਾਡਲ ਪੇਸ਼ ਕੀਤੇ ਨੇ, ਕਿਉਂਕਿ ਕੋਈ ਵੀ ਚੀਜ਼ ਇੱਕ ਦਿਨ 'ਚ ਤਰੱਕੀ ਨਹੀਂ ਕਰ ਜਾਂਦੀ। ਕਿਸੇ ਵੀ ਚੀਜ਼ ਬਾਰੇ ਪਤਾ ਸਿਰਫ ਇੱਕ ਦਿਨ 'ਚ ਨਹੀਂ ਲੱਗ ਜਾਂਦਾ, ਬਹੁਤ ਸਾਰੀਆਂ ਕੋਸ਼ਿਸ਼ਾਂ ਉਸ ਦੇ ਪਿੱਛੇ ਹੁੰਦੀਆਂ ਨੇ। ਤਾਂ ਅਲੱਗ-ਅਲੱਗ ਵਿਗਿਆਨੀਆਂ ਨੇ ਅਲੱਗ-ਅਲੱਗ ਤਰ੍ਹਾਂ ਦੇ ਮਾਡਲ ਪੇਸ਼ ਕੀਤੇ। ਪਹਿਲਾਂ ਇੱਕ ਮਾਡਲ ਆਇਆ, ਉਹਦੇ ਵਿੱਚ ਕੁਝ ਨਵੀਂ ਚੀਜ਼ ਆਈ, ਫਿਰ ਉਸ ਦੇ ਵਿੱਚ ਕੁਝ ਕਮੀਆਂ ਰਹਿ ਜਾਂਦੀਆਂ ਨੇ, ਅਤੇ ਫਿਰ ਨੈਕਸਟ ਵਿਗਿਆਨੀ ਜਾਂ ਭੌਤਿਕ ਵਿਗਿਆਨੀ ਕਹਿ ਲਓ ਦੁਬਾਰਾ ਟਰਾਈ ਕਰਦੇ, ਰਸਾਇਣਿਕ ਵਿਗਿਆਨੀ ਦੁਬਾਰਾ ਟਰਾਈ ਕਰਦੇ, ਚਾਹੇ ਬਾਇਓਲੋਜੀ ਦਾ ਚਾਹੇ ਕਿਸੇ ਵੀ ਉਹਦਾ ਹੈਗਾ ਵਿਸ਼ੇ ਦਾ, ਤਾਂ ਦੁਬਾਰਾ ਹੋਰ ਵਿਗਿਆਨੀ ਕੋਸ਼ਿਸ਼ ਕਰਦੇ ਨੇ ਜਾਂ ਉਹੀ ਕਈ ਵਾਰ ਆਪਣੀ ਮਾਡਲ ਦੇ ਵਿੱਚ ਇੰਪਰੂਵਮੈਂਟ ਕਰ ਦਿੰਦੇ ਆ। ਤਾਂ ਇੱਥੇ ਆਪਾਂ ਅੱਜ ਜ਼ਿਆਦਾ ਨਹੀਂ, ਸਿਰਫ 3 ਮਾਡਲਸ ਦੀ ਡਿਸਕਸ਼ਨ ਕਰਾਂਗੇ, ਥਾਮਸਨ ਮਾਡਲ, ਰਦਰਫੋਰਡ ਮਾਡਲ ਅਤੇ ਨੀਲਸ ਬੋਰ ਦਾ ਮਾਡਲ। ਸਭ ਤੋਂ ਪਹਿਲਾਂ ਵੇਖਦੇ ਹਾਂ ਬੱਚਿਓ ਆਪਾਂ ਥਾਮਸਨ ਦਾ ਮਾਡਲ। ਤਾਂ ਜਿਹੜਾ ਪਰਮਾਣੂ ਦਾ ਥਾਮਸਨ ਮਾਡਲ ਦਿੱਤਾ ਗਿਆ ਸਭ ਤੋਂ ਪਹਿਲਾਂ, ਇੱਥੋਂ ਉਦੋਂ ਹੀ ਆਪਣੇ ਕੋਲ ਮਤਲਬ ਜਿਵੇਂ ਇਹਨਾਂ ਨੇ ਅਲੱਗ-ਅਲੱਗ ਕਣਾਂ ਦੀ ਵੀ ਖੋਜ ਕੀਤੀ, ਕਿਉਂਕਿ ਡਾਲਟਨ ਦੀ ਥਿਊਰੀ ਦੇ ਅਨੁਸਾਰ ਜਿਹੜਾ ਪਰਮਾਣੂ ਹੈ ਡਿਵਿਜ਼ੀਬਲ ਹੈ ਹੀ ਨਹੀਂ ਸੀ, ਉਹਦੇ ਅੱਗੋਂ ਮਤਲਬ ਸਬ ਪਾਰਟਸ ਨਹੀਂ ਸੀ। ਪਰ ਜਦੋਂ ਵੱਖ-ਵੱਖ ਖੋਜਾਂ ਹੋਈਆਂ, ਇਲੈਕਟ੍ਰੋਨ ਦੀ ਖੋਜ ਕੀਤੀ, ਪਿਛਲੀ ਉਹਦੇ ਵਿੱਚ ਦੇਖ ਚੁੱਕੇ ਹਾਂ ਪਿਛਲੀ ਵੀਡੀਓ ਦੇ ਵਿੱਚ ਕਿ ਇਲੈਕਟ੍ਰੋਨ ਦੀ ਖੋਜ ਕਿਸ ਤਰ੍ਹਾਂ ਹੋਈ, ਨਿਊਟਰਨ ਦੀ, ਪ੍ਰੋਟਾਨ ਦੀ, 3 ਚੀਜ਼ਾਂ, 3 ਕਣ ਜਿਹੜੇ ਸਾਨੂੰ ਸਬ ਐਟੋਮਿਕ ਪਾਰਟੀਕਲ ਸਾਨੂੰ ਪਤਾ ਚੱਲੇ। ਉਸ ਤੋਂ ਪਤਾ ਲੱਗਿਆ ਕਿ ਪਰਮਾਣੂ ਵੀ ਅੱਗੋਂ ਵਿਭਾਜਿਤ ਹੁੰਦਾ ਹੈ, ਇਹ ਅਵਿਭਾਜ ਨਹੀਂ ਹੈ। ਤਾਂ ਹੁਣ ਥਾਮਸਨ ਨੇ ਮਾਡਲ ਕਿਸ ਤਰ੍ਹਾਂ ਦਾ ਦਿੱਤਾ ਆਪਣਾ, ਪਹਿਲਾਂ ਆਪਾਂ ਥੋੜੀ ਸ਼ਕਲ 'ਤੇ ਨਿਗਾਹ ਮਾਰ ਲਈਏ। ਜੇ ਆਪਾਂ ਥਾਮਸਨ ਦਾ ਮਾਡਲ ਦੇਖੋ ਇਸ ਤਰ੍ਹਾਂ ਦਾ ਹੈ, ਇਹਦੇ ਵਿੱਚ ਸਫੈਰੀਕਲ ਕਲਾਊਡ ਆਫ ਪੋਜ਼ੀਟਿਵ ਚਾਰਜ, ਜਿਹੜੇ ਵਿੱਚ ਮਤਲਬ ਪੋਜ਼ੀਟਿਵ ਚਾਰਜ ਹੈ ਅਤੇ ਜਿਹੜੇ ਇਲੈਕਟ੍ਰੋਨ ਨੇ ਉਹ ਅਲੱਗ ਨੇ, ਸਮਝ ਗਏ। ਦੇਖੋ ਜਿਹੜਾ ਤੁਹਾਨੂੰ ਥੋੜ੍ਹਾ ਫਿਰੋਜ਼ੀ ਕਲਰ ਦੇ ਵਿੱਚ ਨੈਗੇਟਿਵ ਦਾ ਸਾਈਨ ਦਿਖ ਰਿਹਾ, ਇਹ ਇਲੈਕਟ੍ਰੋਨ ਨੇ। ਮੇਰੇ ਖਿਆਲ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਰਿਹਾ ਇਸ ਚੀਜ਼ ਦਾ। ਅਤੇ ਇਹ ਵਾਲੇ ਤਾਂ ਜਿਹੜੇ ਹੈਗੇ ਨੇ ਇਲੈਕਟ੍ਰੋਨ ਨੇ, ਔਰ ਜਿਹੜੇ ਆ ++ ਦੇ ਸਾਈਨ ਵਾਲੇ ਨੇ ਇਹ ਕੀ ਨੇ, ਪ੍ਰੋਟੋਨਸ ਨੇ, ਪੋਜ਼ੀਟਿਵ ਚਾਰਜ ਹੈ। ਇਹ ਪੋਜ਼ੀਟਿਵ ਚਾਰਜ ਹੈ, ਇਹ ਨੈਗੇਟਿਵ ਚਾਰਜ ਇਲੈਕਟ੍ਰੋਨ ਨੇ। ਤਾਂ ਇਹ ਖੁੱਬੇ ਜਿਹੇ ਹੋਏ ਨੇ ਇਸ ਤਰ੍ਹਾਂ ਦਾ। ਇਹਦੇ 'ਚ ਆਪਾਂ ਕੋਈ ਸ਼ਕਲ ਹੋਰ ਦੇਖੀਏ ਤਾਂ ਇਹ ਕਹਿੰਦੇ ਸੀ ਜਿਵੇਂ ਤਰਬੂਜ ਹੈ ਨਾ, ਤਰਬੂਜ ਦੇ ਵਿੱਚ ਜਿਵੇਂ ਆ ਬੀਜ ਕੁਝ ਖੁੱਬੇ ਹੋਏ ਨੇ, ਦੇਖੋ ਬਲੈਕ। ਤਾਂ ਵਾਟਰਮੈਲਨ ਦੀ ਸ਼ੇਪ ਦਾ ਮੰਨ ਲਓ ਵੀ ਇੱਦਾਂ ਦਾ ਪਰਮਾਣੂ ਮਾਡਲ ਉਹਨੇ ਦਿੱਤਾ। ਇਲੈਕਟ੍ਰੋਨ ਦੱਸੇ ਕਿਹੜੇ ਨੇ ਅਤੇ ਪ੍ਰੋਟੋਨ ਕਿਹੜੇ ਨੇ। ਅਤੇ ਇੱਕ ਆਹ ਮਾਡਲ ਦੇਖੋ ਇਹਦੇ ਨਾਲ ਕੰਪੇਅਰ ਕਰਕੇ, +- ਪੋਜ਼ੀਟਿਵ ਚਾਰਜ ਅਤੇ ਨੈਗੇਟਿਵ ਚਾਰਜ। ਤਾਂ ਕੀ ਕਹਿੰਦੇ ਸੀ ਥਾਮਸਨ ਇਸ ਬਾਰੇ, ਉਹ ਜਿਹੜਾ ਥਾਮਸਨ ਦਾ ਮਾਡਲ ਸੀ ਉਹ ਕਹਿੰਦੇ ਕ੍ਰਿਸਮਸ ਕੇਕ ਵਾਂਗ ਸੀ। ਉਹਦੇ ਵਿੱਚ ਇਲੈਕਟ੍ਰੋਨ ਸਮਝ ਲਓ ਜਿਵੇਂ ਮੇਵੇ ਨੇ, ਠੀਕ ਹੈ ਨਾ, ਜਾਂ ਜਿਵੇਂ ਤਰਬੂਜ ਦਾ ਹਿੱਸਾ ਹੈ, ਜਿਹੜਾ ਖਾਣ ਵਾਲਾ ਹਿੱਸਾ ਉਹਦਾ ਪੋਜ਼ੀਟਿਵ ਚਾਰਜ ਹੈ, ਜਿਹੜੇ ਕਾਲੇ ਬੀਜ ਹੈ ਉਹ ਇਲੈਕਟ੍ਰੋਨ ਹੈ। ਧਿਆਨ ਨਾਲ ਦੇਖੋ ਇਹ 'ਚ ਕਾਲੇ ਬੀਜ ਨੇ ਨਾ, ਇਹ ਜਿਹੜੇ ਕਾਲੇ ਬੀਜ ਨੇ ਇਹ ਕੀ ਨੇ, ਇਲੈਕਟ੍ਰੋਨ। ਆ ਜਿਹੜੇ ਕਾਲੇ ਬੀਜ ਨੇ ਇਹ ਹੈਗੇ ਨੇ ਇਲੈਕਟ੍ਰੋਨ, ਅਤੇ ਜਿਹੜਾ ਰੈੱਡ ਪਲਪ ਵਾਲਾ ਹਿੱਸਾ ਖਾਣ ਵਾਲਾ ਇਹ ਹੈਗਾ ਪ੍ਰੋਟੋਨ 'ਤੇ ਪੋਜ਼ੀਟਿਵ ਚਾਰਜ, ਇਲੈਕਟ੍ਰੋਨ 'ਤੇ ਨੈਗੇਟਿਵ ਚਾਰਜ। ਤਾਂ ਇਹ ਤੁਹਾਨੂੰ ਕਲੀਅਰ ਹੋ ਗਿਆ ਨਾ। ਤਾਂ ਹੁਣ ਆਪਾਂ ਇਹਦੀ ਥਿਊਰੀ ਕਰ ਸਕਦੇ ਹਾਂ। ਜਦੋਂ ਪਿਕਚਰ ਤੋਂ ਸਾਰਾ ਕਲੀਅਰ ਹੋ ਰਿਹਾ, ਕਹਿੰਦੇ ਜਿਹੜਾ ਮਾਡਲ ਹੈ ਯਾਨੀ ਕਿ ਇੱਕ ਪਰਮਾਣੂ ਹੈ ਉਹ ਤਾਂ ਅਨਚਾਰਜਡ ਗੋਲੇ ਦਾ ਬਣਿਆ, ਇਹਦੇ ਵਿੱਚ ਇਲੈਕਟ੍ਰੋਨ ਜਿਹੜੇ ਨੈਗੇਟਿਵਲੀ ਚਾਰਜ ਖੁੱਬੇ ਹੋਏ ਨੇ, ਅਤੇ ਧਨ ਅਤੇ ऋण ਦੋਨੋਂ ਬਰਾਬਰ ਨੇ, ਜਿਸ ਕਰਕੇ ਪਰਮਾਣੂ ਜਿਹੜਾ ਉਦਾਸੀਨ ਹੈ ਜਾਂ ਨਿਊਟਰਲ ਹੈ, ਜਾਂ ਉਸ 'ਤੇ ਕੋਈ ਚਾਰਜ ਨਹੀਂ ਹੈਗੇ, ਕਿਉਂਕਿ ਤੁਹਾਨੂੰ ਪਤਾ ਹੈ ਬਰਾਬਰ ਅਤੇ ਉਲਟੇ ਚਾਰਜ ਇੱਕ ਦੂਜੇ ਨੂੰ ਬੈਲੈਂਸ ਕਰ ਦਿੰਦੇ ਨੇ। ਅਤੇ ਤਰਬੂਜ ਵਾਲੀ ਗੱਲ ਮੈਂ ਤੁਹਾਨੂੰ ਦੱਸ ਹੀ ਦਿੱਤੀ, 2 ਚੀਜ਼ਾਂ ਨਾਲ ਖਾਸ ਤੌਰ 'ਤੇ ਕੰਪੇਅਰ ਕੀਤਾ ਗਿਆ ਸਮਝਾਉਣ ਵਾਸਤੇ। ਕੇਕ ਦੇ ਵਿੱਚ ਜਿਵੇਂ ਸੁੱਕੇ ਮੇਵੇ ਡਰਾਈ ਫਰੂਟਸ ਲਗਾ ਦਿੰਦੇ ਹਾਂ ਉਹ ਹੈਗਾ ਇਲੈਕਟ੍ਰੋਨ, ਤਰਬੂਜ ਦੇ ਵਿੱਚ ਜਿਹੜੇ ਕਾਲੇ ਬੀਜ ਨੇ ਉਹ ਇਲੈਕਟ੍ਰੋਨ ਹੈ, ਬਾਕੀ ਸਾਰਾ ਦੂਜਾ ਪ੍ਰੋਟੋਨਸ ਨੇ, ਧਨ ਚਾਰਜ ਹੈ। ਤਾਂ ਇਸ ਤੋਂ ਇੱਕ ਚੀਜ਼ ਤਾਂ ਪਤਾ ਲੱਗੀ ਨਾ ਇਸ ਮਾਡਲ ਤੋਂ, ਜਿਹੜਾ ਪਰਮਾਣੂ ਹੈ ਨਿਊਟਰਲ ਹੈ। ਕੀ ਹੈ ਪਰਮਾਣੂ? ਉਦਾਸੀਨ ਹੈ, ਭਾਵ ਕਿ ਨੋ ਚਾਰਜ। ਤੁਸੀਂ ਕਹੋਗੇ 2 ਚਾਰਜ ਤਾਂ ਹੈਗੇ ਨੇ, ਪਰ +=-, ਸੋ ਦੇਰ ਇਜ਼ ਨੋ ਚਾਰਜ ਔਨ ਐਟਮ। ਅੰਡਰਸਟੂਡ?
पर बेटा इस दे विच भी काफ़ी सारिया कमियां रह गई, क्योंकि बाकी विग्यानियों ने बहुत कुछ समझाया इस मॉडल राਹੀਂ चीज़ समझाई नहीं जा सकती कि जिमें इन्होंने तो इलैक्ट्रॉन किते विच लगे हुए ने बाहर गोलियां च घूमते हैं या होर आपां नूं इन्हां चीज़ों बारे पता ही नहीं लग्या, न्यूट्रॉनां बारे पता ही नहीं लग्या, तो ये थॉमसन मॉडल जिहड़ा हैगा ये सारिया चीज़ां क्लीयर नहीं कर सकिया। तो तुहानूं थॉमसन मॉडल क्लीयर हो गया बच्चों? ਉਹਦੇ ਵਿੱਚ ਕੀ ਵਿਸ਼ੇਸ਼ਤਾ ਕਿ ਉਹਨੇ ਦੋ ਚੀਜ਼ਾਂ ਸਾਨੂੰ ਦੱਸਦੀਆਂ, ਤਾਂ ਪ੍ਰੋਟੋਨ ਤੇ ਇਲੈਕਟ੍ਰੋਨ ਹੈਗੇ ਨੇ ਪਰ ਚਾਰਜ ਜਿਹੜਾ ਪਰਮਾਣੂ ਤੇ ਕੋਈ ਨਹੀਂ। ਸਭ ਤੋਂ ਵੱਡੀ ਚੀਜ਼ ਇਹ ਤੋਂ ਕੀ ਨਿਕਲ ਕੇ ਆਈ ਹੈ ਕਿ ਪਰਮਾਣੂ ਬਿਜਲਈ ਤੌਰ ਤੇ ਉਦਾਸੀਨ ਹੈ, ਨਿਊਟਰਲ ਹੈ। ਤਾਂ ਰਦਰਫੋਰਡ ਮਾਡਲ ਦੇ ਵਿੱਚ ਉਹਨੇ ਕੀ ਕੀਤਾ ਬੇਟਾ, ਰਦਰਫੋਰਡ ਨੇ ਐਲਫਾ ਕਣਾਂ ਨੂੰ ਸੋਨੇ ਦੀ ਪੱਤੀ ਨਾਲ ਟਕਰਾਇਆ। ਉਹਨੇ ਸੋਨੇ ਦੀ ਪੱਤੀ ਨੂੰ ਚੂਜ਼ ਕੀਤਾ। ਇਹ ਵਾਰੀ ਕਾਫੀ ਡੀਟੇਲ ਦੇ ਵਿੱਚ ਹੈ ਪਰ ਮੈਂ ਡੀਟੇਲ 'ਚ ਨਹੀਂ ਜਾ ਰਹੀ, ਕਿਉਂਕਿ ਆਪਾਂ ਨੂੰ ਜਿੰਨਾ ਚਾਹੀਦਾ ਆਪਾਂ ਉਨਾ ਹੀ ਕਰੀਏ, ਕਿਉਂ ਜ਼ਿਆਦਾ ਆਪਾਂ ਉਹਦੇ ਹੋਈਆਂ। ਇਹਨੂੰ ਐਲਫਾ ਪਾਰਟੀਕਲ ਸਕੈਟਰਿੰਗ ਐਕਸਪੈਰੀਮੈਂਟ ਕਹਿੰਦੇ ਨੇ। ਐਲਫਾ ਪਾਰਟੀਕਲ ਸਕੈਟਰਿੰਗ, ਐਲਫਾ ਪਾਰਟੀਕਲ ਸਕੈਟਰਿੰਗ ਇਸ ਤਰ੍ਹਾਂ ਵੀ ਸਿੰਬਲ ਬਣਾ ਸਕਦੇ ਹੋ, ਜਾਂ ਇੰਗਲਿਸ਼ ਦੇ ਵਿੱਚ ALPHA ਐਲਫਾ ਪਾਰਟੀਕਲ ਸਕੈਟਰਿੰਗ ਐਕਸਪੈਰੀਮੈਂਟ। ਐਲਫਾ ਕਣਾਂ ਨੂੰ ਸੋਨੇ ਦੀ ਪੱਤੀ 'ਤੇ ਟਕਰਾਇਆ ਗਿਆ, ਅਤੇ ਸੋਨੇ ਦੀ ਪੱਤੀ ਦੇ ਕਈ ਗੁਣ ਸੀ ਜਿਸ ਕਰਕੇ ਉਹ ਲਿਆ ਗਿਆ, ਪਰ ਮੈਂ ਇਹਦੇ ਬਾਰੇ ਤੁਹਾਨੂੰ ਨਹੀਂ ਦੱਸਣਾ ਚਾਹੁੰਦੀ ਜ਼ਿਆਦਾ। ਤਾਂ ਇਹਨਾਂ ਕਣਾਂ 'ਤੇ ਜਦੋਂ ਐਕਸਪੈਰੀਮੈਂਟ ਕੀਤਾ ਨਾ, ਉਹਦੇ ਆਧਾਰ 'ਤੇ ਰਦਰਫੋਰਡ ਨੇ ਨਾਭਿਕੀ ਮਾਡਲ, ਨਾਭਿਕੀ ਮਤਲਬ ਕੇਂਦਰਕ ਵਾਲਾ ਮਾਡਲ, ਦੇਖੋ ਉਹਦੇ ਵਿੱਚ ਤਾਂ ਕੇਂਦਰਕ ਹੈ ਨਹੀਂ, ਥਾਮਸਨ ਵਾਲੇ 'ਚ ਤਾਂ ਉਹਨੇ ਕੁਝ ਦੱਸਿਆ ਹੀ ਨਹੀਂ, ਹੁਣ ਉਹਨੇ ਕੇਂਦਰਕ ਵਾਲਾ ਮਾਡਲ ਪੇਸ਼ ਕੀਤਾ। ਅੰਡਰਸਟੂਡ? ਨਾਭਿਕੀ ਮਾਡਲ ਮਤਲਬ ਵਿਦ ਨਿਊਕਲੀਅਸ, ਕੇਂਦਰਕ। ਨਾਭਿਕੀ ਪੰਜਾਬੀ 'ਚ ਕਹਿ ਦਿੰਦੇ ਆ, ਕੇਂਦਰਕ ਵੀ ਪੰਜਾਬੀ ਦਾ ਹੀ ਸ਼ਬਦ ਹੈ, ਇੰਗਲਿਸ਼ ਦੇ ਵਿੱਚ ਆਪਾਂ ਕਹਿੰਦੇ ਨੇ ਨਿਊਕਲੀਅਸ ਵਾਲਾ ਮਾਡਲ ਪੇਸ਼ ਕੀਤਾ। ਤਾਂ ਉਹਨੇ ਕੀ ਦੱਸਿਆ, ਸਭ ਤੋਂ ਇੰਪੋਰਟੈਂਟ ਗੱਲ ਕਿ ਪਰਮਾਣੂ ਦਾ ਵਧੇਰੇ ਭਾਗ ਖਾਲੀ ਹੈ। ਜੇ ਤੁਸੀਂ ਥਾਮਸਨ ਮਾਡਲ ਨੂੰ ਦੇਖਦੇ ਤਾਂ ਭਰਿਆ ਪਿਆ, ਕਿਉਂਕਿ ਅਲਫਾ ਕਣ ਬਿਨਾਂ ਮੁੜੇ ਸੋਨੇ ਦੀ ਪੱਤੀ ਤੋਂ ਬਾਹਰ ਨਿਕਲ ਗਏ, ਮਤਲਬ ਉਹਦੇ ਅੰਦਰ ਖਾਲੀ ਹੈ, ਕੁਝ ਵੀ ਨਹੀਂ ਹੋਇਆ ਉਹਨਾਂ ਨੂੰ। ਅਤੇ ਕੇਂਦਰ ਦੇ ਵਿੱਚ ਪਲੱਸ ਚਾਰਜ ਹੈ, ਧਨ ਚਾਰਜ, ਕੇਂਦਰ ਧਨ ਚਾਰਜ, ਤੇ ਜਿਹਨੂੰ ਆਪਾਂ ਕੀ ਕਹਿੰਦੇ ਹਾਂ, ਨਾਭਿਕ, ਕੇਂਦਰਕ। ਅਤੇ ਸਾਰਾ ਪੁੰਜ ਕਿੱਥੇ ਹੈ? ਨਾਭਿਕ ਦੇ ਵਿੱਚ। ਆਪਾਂ ਆਲਰੇਡੀ ਕਰ ਚੁੱਕੇ ਹਾਂ ਬੇਟਾ, ਮਾਸ ਆਫ ਦ atom is equal to number of neutrons plus number of protons। ਤਾਂ ਇਲੈਕਟ੍ਰੋਨ ਦਾ ਮਾਸ ਚਾਹੁੰਦੇ ਹੀ ਨਹੀਂ ਕਿ ਅਸੀਂ ਵੀ ਇਲੈਕਟ੍ਰੋਨ ਦਾ ਮਾਸ ਜਿਹੜਾ ਨਿਗਲੀਜੀਬਲ ਹੈ। ਤਾਂ ਇਲੈਕਟ੍ਰੋਨ ਜਿਹੜੇ ਨੇ ਉਹ ਨਾਭਿਕ ਦੇ ਆਲੇ ਦੁਆਲੇ ਨਿਸ਼ਚਿਤ ਔਰਬਿਟਾਂ ਦੇ ਵਿੱਚ ਚੱਕਰ ਲਗਾਉਂਦੇ ਨੇ, ਅਤੇ ਜਿਹੜਾ ਨਾਭਿਕ ਦਾ ਆਕਾਰ ਹੈ ਯਾਨੀ ਕਿ ਕੇਂਦਰਕ ਦਾ ਆਕਾਰ ਪਰਮਾਣੂ ਦੇ ਆਕਾਰ ਦੀ ਤੁਲਨਾ 'ਚ ਕਾਫੀ ਛੋਟਾ ਹੁੰਦਾ ਹੈ। ਕੌਣ ਛੋਟਾ ਹੁੰਦਾ ਹੈ? ਨਾਭਿਕ। ਨਾਭਿਕ ਮਤਲਬ ਕੇਂਦਰਕ। ਪਰਮਾਣੂ ਵਿਦਿਤ ਉਦਾਸੀਨ ਹੁੰਦਾ, ਆਲਰੇਡੀ ਆਪਾਂ ਨੂੰ ਪਤਾ ਲੱਗ ਗਿਆ ਸੀ, ਤਾਂ ਕਿਉਂਕਿ ਪ੍ਰੋਟੋਨ ਬਰਾਬਰ ਇਲੈਕਟ੍ਰੋਨ। ਇਹ ਚੀਜ਼ ਥਾਮਸਨ ਨੇ ਵੀ ਦੱਸਤੀ, ਪਰ ਉਹਨੇ ਐਵੇਂ ਨਹੀਂ ਦੱਸਿਆ ਇਲੈਕਟ੍ਰੋਨ ਅਲੱਗ ਜਗ੍ਹਾ 'ਤੇ ਨੇ, ਇਸ ਤਰ੍ਹਾਂ ਨੇ ਪ੍ਰੋਟੋਨ ਇਲੈਕਟ੍ਰੋਨ ਦੇ ਬਰਾਬਰ ਨੇ। ਤਾਂ ਪੋਜ਼ੀਟਿਵ ਚਾਰਜ ਬਰਾਬਰ ਹੋ ਗਿਆ ਨੈਗੇਟਿਵ ਚਾਰਜ, ਚੇਂਜ ਹੁੰਦਾ ਹੈ ਤਾਂ ਉਦਾਸੀਨ ਹੋ ਜਾਂਦੀ ਚੀਜ਼, ਉਹਤੇ ਕੋਈ ਚਾਰਜ ਨਹੀਂ ਹੁੰਦਾ। ਇਹ ਤਾਂ ਦੋ ਤਿੰਨ ਗੱਲਾਂ ਕਲੀਅਰ ਹੋ ਗਈਆਂ ਬੇਟਾ। ਪਰਮਾਣੂ ਦਾ ਜ਼ਿਆਦਾ ਭਾਗ ਖਾਲੀ ਹੈ, ਯਾਨੀ ਕਿ ਕੇਂਦਰਕ ਹੈਗਾ ਥੋੜ੍ਹੇ ਜਿਹੇ ਪਾਰਟ 'ਚ ਹੈ, ਅਤੇ ਸਾਰਾ ਪੁੰਜ ਕੇਂਦਰਕ 'ਚ ਹੈ। ਕੇਂਦਰਕ ਦੇ ਵਿੱਚ ਪੁੰਜ ਹੈ, ਬਾਹਰ ਔਰਬਿਟਾਂ ਦੇ ਵਿੱਚ ਇਲੈਕਟ੍ਰੋਨ ਹੈ, ਪੋਜ਼ੀਟਿਵ ਨੈਗੇਟਿਵ ਬਰਾਬਰ ਹੈ। ਹਾਂਜੀ, ਇੰਨੀ ਗੱਲ ਸਮਝ 'ਚ ਆ ਗਈ ਨਾ ਆਪਾਂ ਨੂੰ। ਤਾਂ ਜਿਹੜੇ ਕੋਈ ਜਦੋਂ ਹੁਣ ਇਹਦੇ 'ਚ ਕੁਝ ਕਮੀਆਂ ਵੀ ਰਹਿ ਗਈਆਂ ਬੇਟਾ, ਵੀ ਕੋਈ ਵੀ ਚਾਰਜਿਤ ਕਣ ਹੋ ਕੇ ਗੋਲਾਕਾਰ ਆਰਬਿਟ ਦੇ ਵਿੱਚ ਘੁੰਮ ਰਿਹਾ ਤਾਂ ਉਹਨੂੰ ਆਪਾਂ ਸਥਾਈ ਨਹੀਂ ਮੰਨ ਸਕਦੇ, ਸਟੇਬਲ ਨਹੀਂ ਮੰਨ ਸਕਦੇ। ਮਤਲਬ ਇਹਨਾਂ ਦੀ ਸਟੇਬਿਲਿਟੀ, ਇਹਨਾਂ ਦੀ ਐਨਰਜੀ ਬਾਰੇ ਕੁਝ ਨਹੀਂ ਦੱਸਿਆ ਗਿਆ ਰਦਰਫੋਰਡ ਮਾਡਲ ਦੇ ਵਿੱਚ। ਜੇ ਪ੍ਰਵੇਗ ਹੁੰਦੇ ਮਤਲਬ ਐਕਸਲਰੇਟ ਹੁੰਦੇ ਨੇ ਇਹ ਕਣ, ਇਹਨਾਂ 'ਚ ਐਨਰਜੀ ਵੱਧ ਘਟ ਜਾਂਦੀ ਹੈ ਤਾਂ ਉਹ ਤੋਂ ਊਰਜਾ ਨਿਕਲੂਗੀ। ਜੇ ਊਰਜਾ ਦਾ ਵਿਕਰਨ ਹੋਊਗਾ ਤਾਂ ਇਹ ਕੇਂਦਰਕ ਨਾਲ ਟਕਰਾਊਗਾ, ਜਿਹਦੇ ਨਾਲ ਪਰਮਾਣੂ ਜਿਹੜਾ ਉਹ ਅਸਥਿਰ ਹੋ ਜਾਊਗਾ, ਟੁੱਟ ਜਾਊਗਾ, ਵਿਘਟਿਤ ਹੋ ਜਾਊਗਾ। ਪਰ ਇੰਝ ਤਾਂ ਕਿਤੇ ਨਹੀਂ ਦੱਸਿਆ ਗਿਆ, ਕਿਉਂਕਿ ਪਰਮਾਣੂ ਦੀ ਜਿੰਨੀਆਂ ਖੋਜਾਂ ਹੋਈਆਂ ਜਾਂ ਹੁਣ ਤੱਕ ਆਪਾਂ ਪਰਮਾਣੂ ਨੂੰ ਸਥਾਈ ਹੀ ਮੰਨਦੇ ਹਾਂ। ਤਾਂ ਫਿਰ ਰਦਰਫੋਰਡ ਮਾਡਲ ਦਾ ਇੱਥੇ ਫੇਲ ਹੋ ਜਾਂਦਾ, ਕਿਉਂਕਿ ਜੇ ਊਰਜਾ ਵਿਕਰਿਤ ਹੁੰਦੀ ਹੈ ਤਾਂ ਪਰਮਾਣੂ ਜਿਹੜਾ ਵਿਘਟਿਤ ਹੋ ਜਾਊਗਾ ਅਤੇ ਸਥਾਈ ਨਹੀਂ ਰਹੇਗਾ। ਦੂਜਾ, ਇਲੈਕਟ੍ਰੋਨਾਂ ਦੀ ਤਰਤੀਬ ਬਾਰੇ ਕੁਛ ਨਹੀਂ ਦੱਸਿਆ, ਵੀ ਕਿਹੜੇ ਗੋਲੇ 'ਚ ਕਿੰਨੇ ਇਲੈਕਟ੍ਰੋਨ ਨੇ, ਕਿਸ ਤਰ੍ਹਾਂ ਉਹ ਘੁੰਮਦੇ ਨੇ, ਇਹਨਾਂ ਸਾਰਿਆਂ ਬਾਰੇ ਕੁਛ ਨਹੀਂ ਦੱਸਿਆ। ਦੇਖੋ ਉਹਨਾਂ ਨੇ ਕਹਿੰਦਾ ਬਾਹਰ ਆਰਬਿਟਾਂ 'ਚ ਘੁੰਮਦੇ ਨੇ, ਹਾਊ ਮੈਨੀ, 2 4 6 8, ਇਸ ਬਾਰੇ ਕੁਛ ਨਹੀਂ ਦੱਸਿਆ ਗਿਆ, ਕਿਉਂਕਿ ਤੁਹਾਨੂੰ ਪਤਾ ਡਿਫਰੈਂਟ ਐਲੀਮੈਂਟਸ ਦਾ ਜਿਹੜਾ ਅਲੱਗ-ਅਲੱਗ ਜਿਹੜੇ ਉਹਨਾਂ ਦੇ ਨੰਬਰ ਆਫ ਇਲੈਕਟ੍ਰੋਨਸ ਹੈ, ਤਾਂ ਅਲੱਗ-ਅਲੱਗ ਬਾਰੇ ਉਹਨਾਂ ਨੇ ਕੁਛ ਨਹੀਂ ਦੱਸਿਆ। ਇਹ ਕਮੀ ਜਿਹੜੀ ਹੈ ਪਰਮਾਣੂ ਦੇ ਰਦਰਫੋਰਡ ਮਾਡਲ ਦੇ ਵਿੱਚ ਵੀ ਰਹਿ ਗਈ। ਦੇਖੋ ਇਹ ਜਿਹੜਾ ਐਕਸਪੈਰੀਮੈਂਟ ਉਹਨਾਂ ਨੇ ਕੀਤਾ, ਰਦਰਫੋਰਡ ਦਾ ਮਾਡਲ ਹੈ, ਵਿਚਾਲੇ ਆਪਾਂ ਨਿਊਕਲੀਅਸ ਦੇਖ ਰਹੇ ਹਾਂ, ਅਤੇ ਇੱਕ ਪਾਰਟੀਕਲ ਦਾ ਕਿਸੇ ਵੀ ਲਾ ਲਓ ਐਟਮ ਮਤਲਬ ਐਲਫਾ ਪਾਰਟੀਕਲਸ ਦਾ ਜਿਹੜਾ ਐਕਸਪੈਰੀਮੈਂਟ ਕੀਤਾ ਗਿਆ, ਅਲਫਾ ਪਾਰਟੀਕਲ ਸੋਨੇ ਦੀ ਪੱਤੀ ਨਾਲ ਟਕਰਾਇਆ ਗਏ, ਤਾਂ ਉਸ ਤੋਂ ਜਿਹੜਾ ਇਹ ਮਾਡਲ ਉੱਭਰ ਕੇ ਆਇਆ। ਹੁਣ ਆਪਾਂ ਇਸ ਦੀਆਂ ਕਮੀਆਂ ਵੀ ਕਰ ਲਈਆਂ ਨਾ। ਥਾਮਸਨ ਦੀਆਂ ਕਮੀਆਂ ਤਾਂ ਕੀ ਸੀ, ਉੱਥੇ ਆਪਾਂ ਨੂੰ ਇਲੈਕਟ੍ਰੋਨਾਂ ਬਾਰੇ ਤਾਂ ਕੁਝ ਪਤਾ ਹੀ ਨਹੀਂ ਲੱਗਿਆ, ਇਕੱਲਾ ਇਹ ਪਤਾ ਲੱਗਿਆ ਪਰਮਾਣੂ ਬਿਜਲਈ ਉਦਾਸੀਨ ਹੈ। ਹੁਣ ਰਦਰਫੋਰਡ ਦੇ ਮਾਡਲ ਦੇ ਵਿੱਚ ਆਪਾਂ ਨੂੰ ਪਤਾ ਲੱਗ ਗਿਆ ਪੁੰਜ ਕੇਂਦਰਕ ਦੇ ਵਿੱਚ ਇਲੈਕਟ੍ਰੋਨ ਬਾਹਰ ਨੇ, 2-3 ਗੱਲਾਂ ਨਵੀਆਂ ਪਤਾ ਲੱਗ ਗਈਆਂ, ਪਰ ਇਹਦੀਆਂ ਵੀ ਕਮੀਆਂ ਰਹਿ ਗਈਆਂ। ਫਿਰ ਉਸ ਤੋਂ ਬਾਅਦ ਕੌਣ ਆਇਆ? ਨੀਲ ਬੋਰ, NEILS, ਨੀਲਸ BOHR, ਬੋਰ।
ਇਹਦਾ ਮਾਡਲ ਸਾਡੇ ਕੋਲ ਆਇਆ। ਇਹਨੇ ਤਕਰੀਬਨ ਉਹ ਸਾਰੀਆਂ ਗੱਲਾਂ ਜੋ ਆਪਾਂ ਫਸਟ ਐਪੀਸੋਡ ਦੇ ਵਿੱਚ ਪਰਮਾਣੂ ਦੀ ਸੰਰਚਨਾ ਬਾਰੇ ਕਰ ਚੁੱਕੇ ਹਾਂ, ਲਗਭਗ ਉਹੀ ਪੁਆਇੰਟ ਰਿਪੀਟ ਹੁੰਦੇ ਨੇ ਅਗਰ ਤੁਸੀਂ ਧਿਆਨ ਨਾਲ ਦੇਖੋ। ਪਰਮਾਣੂ 3 ਕਣਾਂ ਦਾ ਬਣਿਆ ਜੀ, ਇਹ ਸਾਰਿਆਂ ਨੂੰ ਆਲਰੇਡੀ ਕਲੀਅਰ ਹੋ ਗਿਆ। ਇਲੈਕਟ੍ਰੋਨ, ਪ੍ਰੋਟੋਨ, ਨਿਊਟਰੋਨ। ਹਾਂਜੀ ਇਹ ਤਾਂ ਕਲੀਅਰ ਹੈ। ਇਲੈਕਟ੍ਰੋਨਾਂ ਦੇ ਨੈਗੇਟਿਵ ਚਾਰਜ, ਪ੍ਰੋਟੋਨਾਂ 'ਤੇ ਪੋਜ਼ੀਟਿਵ ਚਾਰਜ, ਨਿਊਟਰੋਨਾਂ 'ਤੇ ਨੋ ਚਾਰਜ। ਓਕੇ, ਅਤੇ ਪ੍ਰੋਟੋਨ ਅਤੇ ਨਿਊਟਰੋਨ ਕਿੱਥੇ ਹੁੰਦੇ ਨੇ? ਕੇਂਦਰਕ ਦੇ ਵਿੱਚ। ਅਤੇ ਇਲੈਕਟ੍ਰੋਨ ਕਿੱਥੇ ਹੁੰਦੇ ਨੇ? ਬਾਹਰ ਔਰਬਿਟਾਂ ਦੇ ਵਿੱਚ, ਔਰਬਿਟ ਦੇ ਵਿੱਚ। ਕਲੀਅਰ? ਇੰਨਾ ਕਲੀਅਰ ਹੋ ਗਿਆ। ਬਾਹਰ ਚੱਕਰ ਲਗਾਉਂਦੇ ਨੇ ਜਿਨ੍ਹਾਂ ਨੂੰ ਐਨਰਜੀ ਲੈਵਲ ਜਾਂ ਸ਼ੈੱਲ ਕਹਿੰਦੇ ਨੇ। ਅਤੇ ਪਰਮਾਣੂ ਦੇ ਚਾਰਜ ਕੋਈ ਨਹੀਂ, ਆਪਾਂ ਬਾਰ ਕਰ ਚੁੱਕੇ। ਹੁਣ ਐਨਰਜੀ ਲੈਵਲ ਜਿਹੜੇ ਨੇ ਸ਼ੈੱਲਸ ਨੇ ਉਹਨੂੰ 2 ਢੰਗਾਂ ਨਾਲ ਪ੍ਰਦਰਸ਼ਿਤ ਕਰ ਸਕਦੇ ਹਾਂ ਆਪਾਂ। ਜਿੱਦਾਂ 1 2 3 4 5 6 ਲਾ ਲਓ ਵੀ ਜਿੰਨੇ ਗੋਲੇ ਨੇ ਬਾਹਰ, ਗੋਲੇ ਕਿੰਨੇ ਹੋਣਗੇ ਨੰਬਰ ਆਫ ਇਲੈਕਟ੍ਰੋਨਸ 'ਤੇ ਡਿਪੈਂਡ ਕਰੂਗਾ। ਤੁਹਾਨੂੰ ਬਾਅਦ 'ਚ ਦੱਸਦੀ ਹਾਂ ਮੈਂ ਗੋਲੇ ਕਿਸ ਤਰ੍ਹਾਂ ਦੇ ਕਿੰਨੇ ਹੋਣਗੇ। ਤਾਂ ਇਹਨਾਂ ਨੂੰ ਜਾਂ ਤਾਂ ਨੰਬਰਿੰਗ ਕਰ ਸਕਦੇ ਹਾਂ 1 2 3 4 5 6, ਜਾਂ ਫਿਰ ਇਹਨਾਂ ਦਾ ਨਾਮ ਰੱਖੀਏ LMNOP। ਜ਼ਿਆਦਾਤਰ ਅਸੀਂ ਇਹਨਾਂ ਦਾ ਨਾਮ K ਸ਼ੈੱਲ, L ਸ਼ੈੱਲ, M N ਇਸ ਤਰ੍ਹਾਂ ਦੇ ਨਾਮ ਰੱਖਦੇ ਹਾਂ। ਡਿਸਟਰੀਬਿਊਸ਼ਨ ਆਫ ਇਲੈਕਟ੍ਰੋਨਸ ਕਿਵੇਂ ਹੈ? ਹੁਣ ਇਲੈਕਟ੍ਰੋਨ ਦੀ ਸੰਖਿਆ ਦੀ ਇੱਕ ਸੀਮਾ ਹੁੰਦੀ ਹੈ, ਯਾਨੀ ਕਿ ਕਿਸੇ ਮਰਜ਼ੀ ਗੋਲੇ 'ਚ ਕਿੰਨੇ ਮਰਜ਼ੀ ਇਲੈਕਟ੍ਰੋਨ। ਧਿਆਨ ਨਾਲ ਸਮਝਣ ਵਾਲੀ ਗੱਲ ਹੈ, ਬੜਾ ਇੰਪੋਰਟੈਂਟ ਪੁਆਇੰਟ ਹੈ ਬੇਟਾ, ਬਹੁਤ ਇੰਪੋਰਟੈਂਟ ਪੁਆਇੰਟ ਹੈ ਕਿ ਪਹਿਲੇ ਵਿੱਚ ਜਿਹੜੇ ਨੇ ਇਲੈਕਟ੍ਰੋਨ ਊਰਜਾ ਪੱਧਰ ਦੇ ਵਿੱਚ 2 ਹੋ ਸਕਦੇ ਨੇ, ਦੂਸਰੇ ਦੇ ਵਿੱਚ 8 ਹੋ ਸਕਦੇ ਨੇ, ਤੀਜੇ ਦੇ ਵਿੱਚ M ਹੋ ਸਕਦੇ ਨੇ, ਚੌਥੇ ਦੇ ਵਿੱਚ N ਹੋ ਸਕਦੇ ਨੇ। ਆ ਬੇਟਾ ਫੌਂਟ ਚੇਂਜ ਹੋ ਗਿਆ, ਐਨਰਜੀ ਲੈਵਲ ਹੈ ਸਾਰੇ। ਇਹ ਪੰਜਾਬੀ ਇੰਗਲਿਸ਼ ਮਿਕਸ ਹੋਣ ਕਰਕੇ ਹੈ, ਇਹ ਤੁਹਾਨੂੰ ਪਤਾ ਹੀ ਲੱਗ ਗਿਆ ਪਹਿਲਾਂ ਐਨਰਜੀ ਲੈਵਲ ਲਿਖਿਆ ਹੋਇਆ। ਦਿਸ ਇਜ਼ ਐਨਰਜੀ ਲੈਵਲ, ਐਨਰਜੀ ਲੈਵਲ। ਤਾਂ 2 8 ਫਿਰ 18 ਫਿਰ 32। ਕਿਹੜੇ ਸ਼ੈੱਲ 'ਚ 2? K 'ਚ, L 8, M 18 ਅਤੇ N 32। ਕਲੀਅਰ? ਇਸ ਤਰ੍ਹਾਂ ਹੋ ਸਕਦਾ। ਇਹਦਾ ਫਾਰਮੂਲਾ 2n² ਮਤਲਬ ਗੁਣਾ ਹੋਈ ਜਾਂਦੀ ਹੈ, ਜਿਹੜਾ ਕਿ N ਹੈ ਉਹਦੇ ਨਾਲ N ਦਾ ਸਕੇਅਰ ਹੋਈ ਜਾਂਦਾ, ਇੱਕ ਦਾ ਸਕੇਅਰ 1, ਇਸ ਤਰ੍ਹਾਂ 2 ਹੋ ਗਏ। ਪਹਿਲੇ 'ਚ 2 ਇਲੈਕਟ੍ਰੋਨ ਹੋ ਗਏ। ਹਰੇਕ ਊਰਜਾ ਪੱਧਰ ਦੀ ਜਿਹੜੀ ਨਿਸ਼ਚਿਤ ਮਾਤਰਾ ਹੁੰਦੀ ਹੈ, ਸਭ ਤੋਂ ਨੇੜੇ ਵਾਲੇ ਸ਼ੈੱਲ ਸਭ ਤੋਂ ਘੱਟ ਊਰਜਾ ਹੁੰਦੀ ਅਤੇ ਸਭ ਤੋਂ ਦੂਰ ਵਾਲੇ 'ਚ ਵੱਧ। ਹੁਣ ਇਹਦਾ ਕੀ ਹੋਇਆ? ਇਹ ਧਿਆਨ ਨਾਲ ਸਮਝਣਾ ਲੌਜਿਕ। ਸਭ ਤੋਂ ਨੇੜੇ ਵਾਲਾ ਕੌਣ ਹੈ? K। ਇਹ 'ਚ ਹੈਗੀ ਐਨਰਜੀ ਸਭ ਤੋਂ ਘੱਟ। ਸਭ ਤੋਂ ਦੂਰ ਵਾਲਾ ਕੌਣ ਹੈ? N। ਪਹਿਲਾਂ ਉਹ ਐਂ ਕਹਿੰਦੇ ਸੀ ਵੀ ਜੇ ਐਨਰਜੀ ਛੱਡਦਾ ਇਹਦਾ ਹੋਰ ਕਰਦਾ ਤਾਂ ਨਾਭਿਕ 'ਤੇ ਪਊਗੀ, ਨਾਭਿਕ 'ਤੇ ਪੈਣਾ ਜਿਹੜਾ ਪਰਮਾਣੂ ਹੈ ਸ਼ਰਿੰਕ ਹੋਈ ਜਾਊਗਾ, ਸ਼ਰਿੰਕ ਹੋ ਕੇ ਤਾਂ ਟੁੱਟ ਜੂਗਾ, ਖਤਮ ਹੋ ਜੂ। ਹੁਣ ਤੁਸੀਂ ਦੇਖੋ ਕੇਂਦਰਕ ਦੇ ਨੇੜੇ ਵਾਲਾ ਸ਼ੈੱਲ ਹੈ K। K 'ਤੇ ਤਾਂ ਐਨਰਜੀ ਸਭ ਤੋਂ ਘੱਟ ਹੈ, ਇਹਦਾ ਮਤਲਬ ਇਹ ਜ਼ਿਆਦਾ ਹੁੰਦਾ ਹੀ ਨਹੀਂ, ਐਕਸਲਰੇਟ ਹੀ ਨਹੀਂ ਹੁੰਦਾ, ਜ਼ਿਆਦਾ ਕਿਰਨਾਂ ਵਗੈਰਾ ਛੱਡਦਾ ਹੀ ਨਹੀਂ, ਜ਼ਿਆਦਾ ਊਰਜਾ ਵਿਕਰਿਤ ਕਰਦਾ ਹੀ ਨਹੀਂ, ਤਾਂ ਸੈੱਲ ਸਟੇਬਲ ਰਹੂਗਾ, ਪਰਮਾਣੂ ਸਟੇਬਲ ਰਹੂਗਾ। ਅਤੇ ਸਭ ਤੋਂ ਦੂਰ ਵਾਲਾ ਜਿਵੇਂ N ਹੈ ਜਾਂ ਕੋਈ ਹੋਰ ਹੈ ਤਾਂ ਉਹਦੇ ਤੋਂ ਮਤਲਬ ਇੰਨੀ ਦੂਰ ਤੱਕ ਆਉਣਾ ਪੋਸੀਬਲ ਨਹੀਂ। ਉਹ ਪਹਿਲੇ 2-3 ਸ਼ੈੱਲਾਂ ਦੇ ਵਿੱਚ ਆਪਸ 'ਚ ਨਿਬੜ ਜਾਂਦੇ, ਆਇਨਸ ਵਗੈਰਾ ਬਣਦੇ ਜਾਂ ਹੋਰ ਕਹਿੰਦੇ, ਇਸ ਤਰ੍ਹਾਂ ਦਾ ਸਿਸਟਮ ਹੁੰਦਾ। ਤਾਂ ਕਿ ਮਤਲਬ ਬੋਰਸ ਮਾਡਲ ਦੇ ਵਿੱਚ ਕੀ ਹੈ, ਇਹਦੇ ਵਿੱਚ ਚੇਂਜਸ ਹੁੰਦੀਆਂ ਨੇ ਕਿਉਂਕਿ ਹਰ ਇੱਕ ਜਿਹੜਾ ਹੈਗਾ ਮਤਲਬ ਸ਼ੈੱਲ ਹੈ ਉਹ ਆਪਣੇ ਆਪ ਨੂੰ ਪੂਰਾ ਕਰਨਾ ਚਾਹੁੰਦਾ ਹੈ। ਮੰਨ ਲਓ ਇੱਕੋ ਹੀ ਸ਼ੈੱਲ ਹੈ ਬਾਹਰਲਾ, ਉਹਦੇ ਕੋਲ 1 ਇਲੈਕਟ੍ਰੋਨ ਹੀ ਹੈ, ਤਾਂ ਇੱਕ ਹੋਰ ਪ੍ਰਾਪਤ ਕਰਕੇ ਜਾਂ ਤਾਂ 2 ਬਣਾਉਣਾ ਚਾਹੁੰਦਾ ਹੋਰ, ਜਾਂ ਇੱਕ ਹੋਰ ਛੱਡ ਕੇ ਪਰਾਂ ਕਿਸੇ ਨੂੰ ਦੇ ਕੇ ਅਤੇ ਆਪਣੇ ਆਪ ਨੂੰ ਸਟੇਬਲ ਕਰਨਾ ਚਾਹੁੰਦਾ ਹੈ। ਇਸੇ ਤਰ੍ਹਾਂ ਦੂਸਰੇ 'ਤੇ ਮੈਨੂੰ ਮੰਨ ਲਓ 8 ਇਲੈਕਟ੍ਰੋਨ ਹੈ, ਕਿਸੇ ਕੋਲ 7 ਨੇ, ਤਾਂ ਉਹ 1 ਲਏਗਾ ਤਾਂ ਕਿ ਉਹਦੇ 8 ਹੋ ਜਾਣ। ਜਦੋਂ ਪੂਰੇ ਹੋ ਜਾਂਦੇ ਨੇ ਉਹਨੂੰ ਕਹਿੰਦੇ ਨੇ ਮਤਲਬ ਇਹ ਅਕਿਰਿਆਸ਼ੀਲ ਹੋ ਗਿਆ, ਕਿਉਂਕਿ ਹੁਣ ਇਹ ਕਿਸੇ ਨਾਲ ਕਿਰਿਆ ਨਹੀਂ ਕਰਦਾ, ਇਹਦੇ ਸਾਰੇ ਇਲੈਕਟ੍ਰੋਨ ਪੂਰੇ ਨੇ। ਇਸ ਤਰ੍ਹਾਂ ਦੀ ਮਤਲਬ ਉਹ ਜਿਹੜੀ ਇਹਦੀ ਵੰਡ ਹੈਗੀ ਹੈ। ਇਹ ਇੰਗਲਿਸ਼ ਦੇ ਵਿੱਚ ਅਗਰ ਕੋਈ ਚੀਜ਼ ਨਹੀਂ ਪਤਾ ਲੱਗਦੀ ਨਾ, ਦੇਖੋ ਬੋਰਸ ਮਾਡਲ ਜਿਹੜਾ ਨੋਟ ਆਊਟ ਐਨ ਇੰਪਰੂਵਮੈਂਟ ਓਵਰ ਰਦਰਫੋਰਡਸ ਮਾਡਲ। ਨੈਚੁਰਲੀ ਸਭ ਤੋਂ ਪਹਿਲਾਂ ਥਾਮਸਨ ਨੇ ਦਿੱਤਾ, ਰਦਰਫੋਰਡ ਤੋਂ ਵੀ ਕਮੀਆਂ ਰਹੀਆਂ, ਫਿਰ ਬੋਰ ਦਾ ਮਾਡਲ। ਪਰ ਇਹਦੇ ਵਿੱਚ ਵੀ ਸਟੇਬਿਲਿਟੀ ਅਤੇ ਲਾਈਨ ਸਪੈਕਟਰਮ ਮਤਲਬ ਵਗੈਰਾ ਬਾਰੇ ਇਹਨਾਂ ਨੇ ਦੱਸਿਆ। ਸਟੇਬਿਲਿਟੀ ਕਿਵੇਂ ਦੱਸਦਾ ਵੀ ਊਰਜਾ ਇੰਨੀ ਜ਼ਿਆਦਾ ਵਿਕਰਿਤ ਨਹੀਂ ਹੋਏਗੀ, ਸਾਰਾ ਹਾਈਡਰੋਜਨ ਐਟਮ ਆਇਨਸ ਵਗੈਰਾ ਬਾਰੇ ਦੱਸਿਆ ਇਹਨਾਂ ਨੇ। ਠੀਕ ਹੈ, ਸਮਝ ਆ ਗਈ ਇਹਨਾਂ ਗੱਲਾਂ ਦੀ। ਪਰ ਫਿਰ ਵੀ ਕਿਤੇ ਨਾ ਕਿਤੇ ਕਹਿੰਦੇ ਡਬਲਟ ਮਤਲਬ ਕਈ ਚੀਜ਼ਾਂ ਬਾਰੇ ਹਾਲੇ ਵੀ ਕਨਫਿਊਜ਼ਨ ਹੈ, ਆਪਾਂ ਨੂੰ ਕਰਨ ਦੀ ਲੋੜ ਨਹੀਂ ਹੈ, ਇਸ ਕਰਕੇ ਮੈਂ ਤੁਹਾਨੂੰ ਜ਼ਿਆਦਾ ਐਕਸਪਲੇਨ ਨਹੀਂ ਕਰ ਰਹੀ। ਤਾਂ ਇਹ ਜੀਮੈਨ ਇਫੈਕਟ, ਸਟਾਰਕ ਇਫੈਕਟ ਇਹਨਾਂ ਦੀ ਜ਼ਰੂਰਤ ਨਹੀਂ ਹੈ ਜ਼ਿਆਦਾ ਤੁਹਾਨੂੰ ਕਰਨ ਦੀ, ਵੈਸੇ ਤੁਹਾਡੀ ਨੌਲੇਜ ਲਈ ਮੈਂ ਸਲਾਈਡਾਂ ਉਹ ਕਰਤੀਆਂ। ਬੋਰ ਦਾ ਮਾਡਲ ਦੇਖੋ ਕਿਸ ਤਰ੍ਹਾਂ ਦਾ, ਆ ਧਿਆਨ ਨਾਲ ਸਮਝੋ। ਨਾਈਟ੍ਰੋਜਨ ਐਟਮ ਦੇ ਮਾਡਲ, ਕਾਹਦਾ ਮਾਡਲ ਹੈ ਬੇਟਾ ਇਹ? ਨਾਈਟ੍ਰੋਜਨ ਦਾ। ਤਾਂ ਇਹਦੇ ਵਿੱਚ ਆ ਵਿਚਾਲੇ ++ ਦਿਖ ਰਿਹਾ, ਕੀ ਹੈ? ਪ੍ਰੋਟੋਨ। ਆ ਔਰਬਿਟਾਂ ਦੇ ਵਿੱਚ 2 ਦਿਖ ਰਿਹਾ ਪਹਿਲੇ 'ਚ, ਉਹ 'ਚ 1 2 3 4 5, ਤਾਂ ਕਿੰਨੇ ਆ? 2 + 5।
पहले ऑर्बिट च किन्ने 2, दूजे च किन्ने उसदे 8, ये 5 ही है, 3 होर की लोड़ है, इनू 3 होर लै सकता है। ये अगे बैलेंसी वगैरह समझाऊँगी तुहानूं समझ आ जाऊगी। तो आ साडा की है केंद्रक है, साइड ते किहड़े ने ऑर्बिट्स ने, ऑर्बिट्स दे विच ने इलैक्ट्रॉन। आ ग्रीन कलर का जो तुसीं देख रहे हो कि ने न्यूट्रॉन, इन्हां दा तुहानूं पता है कोई चार्ज हुंदा ही नहीं। नाइट्रोजन का जिहड़ा अंक है वो 7 है परमाणु अंक, जिस करके 2 + 5 का इलैक्ट्रॉन जिहड़े नंबर ऑफ प्रोटॉन्स भी 7 ने, नंबर ऑफ इलैक्ट्रॉन्स भी 7 ने। तो ये चीज़ नाइट्रोजन के मॉडल दे विच ਇਹਦੇ ਵਿੱਚ ਤੁਹਾਨੂੰ ਵੰਡ दिखाई दे रही है, देखो ध्यान नाल। विचाले मरून कलर का निकलेस है, फस्ट शैल दे विच 2 इलैक्ट्रॉन देख रहे हो ना। छोटा हाँ जो सब तो छोटा सर्कल है किन्ने ने 2 इलैक्ट्रॉन ने बच्चों विजिबल, ये 2 इलैक्ट्रॉन। सैकेंड शैल दे विच 8 ने, 2 4 6 8। इस तरह थर्ड दे विच 18 ने, 1 इतों गिनन जे आप लगे सारे इस तरह 18 इलैक्ट्रॉन। तो अपनी जी आप बनतर की 2 8 18, ये चौथे दे विच हुंदी है 32। ये सानू क्लीयर हो गया। तो तीनों मॉडल्स का आप कंपैरिजन करिए, किने किने दिते ने, थॉमसन ने, रदरफोर्ड ने ते नील्स बोर ने। हाँ जी, थॉमसन ने की किया सी स्फीयर ऑफ पॉजिटिव चार्ज, रदरफोर्ड ने की किया सी स्फीयर ऑफ पॉजिटिव चार्ज इन सेंटर कॉल्ड न्यूक्लियस। इन्हें न्यूक्लियस बारे दसिया नहीं सी ना, देखो ऑल मास जोड़े गए भी कितने नहीं ना न्यूक्लियस से दसता सी रदरफोर्ड ने। फिर तो पॉजिटिव चार्ज ये भी सेंटर दे विच न्यूक्लियस ने कहता सी। प्रोटोन्स बारे इन्नी क गल होगी, जां आप कह लो केंद्रक बारे। जे आप पहला पॉइंट लीए तो केंद्रक बारे बनता है, ये पूरे मॉडल की गल करता है। ये केंद्रक दे पता लग गया, ये भी केंद्रक से। फिर ये की कहते से इलैक्ट्रॉन, वो कहते से खरबूजे तरबूज के बीजा वांगू विच ही है, स्प्रैड रैंडमली ऑल ओवर इन द स्पेयर, सारे गोले के विच ही है। ये उन्हें कहता सी नहीं नहीं न्यूक्लियस के आले दुआले रिवॉल्व करते हैं। ये इन्हें कहता भी खास ऑर्बिट्स के विच ते खास तरीके नाल अलग अलग वंड है, डू नॉट रेडिएट एनर्जी, एनर्जी नहीं प्रोड्यूस करते। इस तो बाद मतलब ये पॉजिटिव चार्ज है, तो ये जोड़े ने गोले दे विच दिखाई दे रहे ना, पॉजिटिव नैगेटिव दोनों तरबूज के वांगू। ये रदरफोर्ड मॉडल हो गया, तो ये नील्स बोर्स मॉडल हो गया। तो ये तीनों मॉडल का अगर आप कंपैरिजन देखिए तो फर्स्ट ने केंद्रक बारे नहीं दसिया, सैकेंड ने केंद्रक बारे दसता, इलैक्ट्रॉन्स बारे दसता, ऑर्बिट्स बारे दसता, पर एनर्जी लैवल बारे नहीं दस सकिया। तो नील्स बोर ने इस एनर्जी लैवल को अलग अलग शैल्स के विच डिवाइड करके सानू दसिया कि इलैक्ट्रॉन की कॉन्फिगरेशन की है, किस तरह वंड हुई है, तो किस तरह ये रेडिएट एनर्जी करते ही नहीं रेडिएट एनर्जी। ये अपने अपने ऑर्बिट्स के विच ही घूमते हैं, तो किस तरह किसी होर दे नाल जुड़ सकते हैं, आयन बना सकते हैं, किसी नूं इलैक्ट्रॉन दे सकते हैं जां लै सकते हैं। तो प्यारे सिक्ख्यार्थियों, ये तुहानूं सारा मेरे ख्याल क्लीयर हो गया होना। ये अपना सैकेंड आपां बनाया सी एपीसोड इसका, तो थर्ड दे विच तुहानूं बैलेंसी बारे दसांगे, क्योंकि वैलेंसी का पता होना बहुत ज़्यादा जरूरी है। तां ही जिहड़े आयन्स बनते हैं या एक जिहड़ा परमाणु एक वो है दूसरे दे नाल जुड़ सकते हैं, जिन्हें मतलब असीं 5 ने तो 8 बनाने ने, तो 3 लेगा वो, तो जे उहदे कोल वध ने जिवें 7 ने तो 1 लेगा। इस तरह का जिहड़ा ये आपां अगले विच करांगे। तो इसनूं तुसीं ध्यान नाल समझण की कोशिश करो, ज़्यादा इलैबोरेट फॉर्म दे विच नहीं जाना। हाँ, जिन्ना क समझण लई जरूरी उन्ना की करना है। ओके बेटा, आई थिंक इट विल बी फ्रूटफुल। थैंक यू बेटा।